डेली पोस्ट देख रहे सारे दर्शकों का मेरे वालों जानी कि सुखा खेड़ी वालों स्वागत है। एक संगरूर तो खबर आ रही है जिस दे विच डॉक्टर सचिन, जी हाँ डॉक्टर सचिन जो कि गुजरात डॉक्टरी की पढ़ाई कर रहा 1 साल तो वो अपने घर आंदा ते घर आके जिहड़ा हैगा उसका टैसटिंग सैंपलिंग हुंदी है तो दस दिए कि सैंपलिंग दे विच वो पॉजिटिव पाया जाता है। पॉजिटिव पाए जाने तो बाद उन्होंने संगरूर के सरकारी हस्पताल दे विच आइसोलेशन वार्ड दे विच शिफ्ट किया जाता है। जिस तो बाद डॉक्टर सचिन जो नौजवान लड़का वो कह रहा कि जिथे उसनूं रखा गया उत्थे साफ सफाई नहीं है। हालांकि कुछ तस्वीर भी भेजिया ने की कुछ कहा फोन ते हुई गलबात दे आओ तुहानूं भी सुणवाउने आ। हेलो हाँ जी। की मेरी गल डॉक्टर सचिन नाल हो रही है जी? हाँ जी डॉक्टर सचिन। डॉक्टर साहब मैं डेली पोस्ट पंजाबी तो बोल रहा सुखा खेड़ी वाला हाँ ਤੇ जी ਸਾਨੂੰ ਪਤਾ ਲੱਗਿਆ ਕਿ ਤੁਸੀਂ ਪੋਜ਼ਿਟਿਵ ਪਾਏ ਗਏ। ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਕਿਸ ਤਰ੍ਹਾਂ ਪੋਜ਼ਿਟਿਵ ਪਾਏ ਗਏ ਆ, ਸਾਰੀ ਡਿਟੇਲ ਜਰਾ ਸਾਨੂੰ ਦੇ ਸਕਦੇ ਹੋ? हाँ जी एक्चुअली सर मैं गुजरात दा सिटी है वडोदरा जी उत्थे अपनी पोस्ट ग्रेजुएशन कर रहा साइकैट्री विच जी ते उत्थे मैं फ्रंट लाइन ते काम कर रहा लाइक अप्रोक्सीमेटली रोज 150 मरीज ਅਸੀਂ देख रहे हैं जी ਤੇ ਕੁਝ ਮੇਰੇ ਘਰ 'ਚ ਕੋਈ ਡਿਸਪਿਊਟ ਸੀਗਾ ਜਿਹਦੇ ਕਰਕੇ ਮੈਨੂੰ ਇਮੀਡੀਏਟਲੀ ਘਰ ਆਣਾ ਪੈ ਗਿਆ। जी ਤਾਂ ਉੱਥੋਂ ਦੇ ਵਡੋਦਰਾ ਦੇ ਡੀਸੀ ਤੋਂ ਮੈਨੇ ਪਾਸ ਬਣਵਾਇਆ ਤੇ 24 ਅਪ੍ਰੈਲ ਨੂੰ ਮੈਂ ਆਪਣੇ ਘਰ ਆਇਆ जी ਸੰਗਰੂਰ ਵਿੱਚ। ਮੈਂ ਸੰਗਰੂਰ ਮੇਰਾ ਹੋਮ ਟਾਊਨ ਹੈ। जी ਸੰਗਰੂਰ ਜਦੋਂ ਮੈਂ ਪਹੁੰਚਿਆ ਤਾਂ ਉੱਥੇ ਕਿਸੇ ਨੇ ਹੈਲਥ ਡਿਪਾਰਟਮੈਂਟ ਨੂੰ ਮੇਰੀ ਕੰਪਲੇਨ ਕੀਤੀ ਕਿ ਐਵੇਂ ਕਰਕੇ ਕੋਈ ਬੰਦਾ ਗੁਜਰਾਤ ਤੋਂ ਆਇਆ ਹੈ ਪਰਸਨਲ Okay. ਕੈਬ ਲੈ ਕੇ ओके ਤੇ 25 ਨੂੰ ਹੋਮ ਮੈਨੂੰ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਕੁਆਰੰਟਾਈਨ ਕਰਤਾ, ਹੋਮ ਕੁਆਰੰਟਾਈਨ। ਤੁਸੀਂ ਖੁਦ ਵੀ ਡਾਕਟਰ ਹੋ ਸਚਿਨ ਜੀ? ਹਾਂਜੀ ਮੈਂ ਖੁਦ ਡਾਕਟਰ ਹਾਂ ਜੀ। ਕਿਸ ਚੀਜ਼ ਦੇ ਜੀ? ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸਾਈਕੈਟਰੀ ਦੀ ਜੀ ਵਡੋਦਰਾ ਵਿੱਚ। ਮੈਨੇ ਜੀ। ਐਮਬੀਬੀਐਸ ਕੀਤੀ ਹੈ ਜੀਐਮਸੀ ਪਟਿਆਲਾ ਤੋਂ। ਜੀ ਤੇ ਕਿੰਨੇ ਸਮੇਂ ਤੋਂ ਤੁਸੀਂ ਗੁਜਰਾਤ ਸੀ ਜੀ? ਮੈਂ 1 ਸਾਲ ਤੋਂ ਗੁਜਰਾਤ ਵਿੱਚ ਹਾਂ। ਜੀ ਹਾਂਜੀ ਤੇ ਜਦੋਂ ਮੈਂ ਹੋਮ ਕੁਆਰੰਟਾਈਨ ਹੋ ਗਿਆ ਫਿਰ 2 ਜਾਂ 3 ਮਈ ਨੂੰ ਮੇਰੀ ਸੈਂਪਲਿੰਗ ਹੋਈ ਸਿਵਲ ਜੀ। ਹਸਪੀਟਲ ਸੰਗਰੂਰ ਵਿੱਚ ਜੀ ਤੇ ਸੈਂਪਲਿੰਗ ਦਾ ਰਿਜ਼ਲਟ ਕੱਲ ਰਾਤ ਪੋਜ਼ਿਟਿਵ ਪਾਇਆ ਗਿਆ। ਜੀ ਮੈਂ ਦੱਸਣਾ ਚਾਹੁੰਦਾ ਮੈਂ ਟੋਟਲੀ ਏਸਿਮਟੋਮੈਟਿਕ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜੀ ਆਈ ਐਮ ਟੋਟਲੀ ਫਿਟ ਐਂਡ ਫਾਈਨ। ਜਸਟ ਬਿਕੋਜ਼ ਮੇਰੇ ਸੈਂਪਲ ਪੋਜ਼ਿਟਿਵ ਆਇਆ ਤਾਂ ਕੱਲ ਰਾਤ ਮੈਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਸਰਕਾਰੀ ਹਸਪੀਟਲ ਜੀ? ਪਹਿਲਾਂ ਤਾਂ ਐਸਐਮਓ ਸਾਹਿਬ ਵੱਲੋਂ ਕਿਹਾ ਗਿਆ ਕਿ ਸਚਿਨ ਘਾਬਦਾ ਉੱਥੇ ਕੋਈ ਸਕੂਲ ਹੈ ਜੀ ਸਕੂਲ ਹੈ ਘਾਬ ਕੋਈ, ਦਾ ਪਿੰਡ। ਹਾਂਜੀ ਘਾਬਦਾ ਪਿੰਡ ਵਿੱਚ ਉੱਥੇ ਸ਼ਿਫਟ ਕੀਤਾ ਜਾਵੇ। ਬਟ ਮੇਰੇ ਰੀਅਲ ਸਿਸਟਰ ਸਿਵਲ ਹਸਪੀਟਲ ਸੰਗਰੂਰ ਵਿੱਚ ਡਾਕਟਰ ਨੇ, ਡਾਕਟਰ ਨੈਂਸੀ ਗਰਗ ਚੈਸਟ ਦੇ ਸਪੈਸ਼ਲਿਸਟ ਨੇ। ਜੀ ਉਹਨਾਂ ਨੇ ਸਿਵਲ ਸਰਜਨ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਰ ਸਚਿਨ ਨੂੰ ਸਿਵਲ ਹਸਪੀਟਲ ਵਿੱਚ ਰੱਖਿਆ ਜਾਵੇ ਘਰ ਦੇ ਲਾਗੇ, ਜੀ ਘਾਬਦਾ ਪਿੰਡ ਦੂਰ ਪੈਂਦਾ ਹੈ। ਜੀ ਤੇ ਕੱਲ ਮੈਂ ਜਦੋਂ ਚਲੋ ਉਹਨਾਂ ਨੇ ਸਾਡੀ ਐਕਸੈਪਟ ਕਰ ਲਈ ਸਾਡੀ ਰਿਕੁਐਸਟ ਤੇ ਮੈਨੂੰ ਆਈਸੋਲੇਸ਼ਨ ਵਾਰਡ ਸਿਵਲ ਹਸਪੀਟਲ ਸੰਗਰੂਰ ਵਿੱਚ ਸ਼ਿਫਟ ਕਰਤਾ। ਜੀ ਕੱਲ ਰਾਤ ਸਾਰੀ ਰਾਤ ਮੈਂ 1 ਮਿੰਟ ਨਹੀਂ ਸੁੱਤਾ। ਇੱਕ ਤਾਂ ਇੰਨਾ ਜ਼ਿਆਦਾ ਗਰਮੀ ਸੀਗੀ, ਦੇਖੋ ਪੱਖਿਆਂ ਵਿੱਚ ਮੈਂ ਨਹੀਂ ਸੌਂਦਾ, ਜੀ ਨਾ ਹੀ ਅੱਜ ਕੱਲ ਸੁੱਤਾ ਜਾ ਸਕਦਾ ਜਿਹੜਾ ਮੌਸਮ ਗਰਮੀ ਦਾ ਹੈ। ਜੀ ਦੂਸਰੀ ਗੱਲ ਇੱਥੇ ਮੱਛਰ ਬਹੁਤ ਸੀ। ਜੀ ਤੀਸਰੀ ਗੱਲ ਇੱਥੇ ਜਿਹੜਾ ਵਾਸ਼ਰੂਮ ਹੈ ਕਾਮਨ ਵਾਸ਼ਰੂਮ ਹੈ ਉਹ ਇੰਡੀਅਨ ਵਾਸ਼ਰੂਮ ਹੈ, ਉਹਦੀ ਕੰਡੀਸ਼ਨ ਵੀ ਚੰਗੀ ਨਹੀਂ ਹੈਗੀ। ਜੀ ਫੋਰਥ ਗੱਲ ਮੈਂ ਪਿਛਲੇ 2 ਮਹੀਨਿਆਂ ਤੋਂ ਫਰੰਟ ਲਾਈਨ ਤੇ ਕੰਮ ਕਰ ਰਿਹਾ, ਇੱਕ ਬੰਬ ਦੇ ਵਿੱਚ ਬੈਠ ਕੇ ਕੰਮ ਕਰ ਰਿਹਾ ਜੀ ਤੇ ਅੱਜ ਜੇ ਮੈਂ ਪੋਜ਼ਿਟਿਵ ਆ ਗਿਆ ਤਾਂ ਸਰਕਾਰ ਨੇ ਮੈਨੂੰ, ਮੈਂ ਕੱਲ ਰਾਤ ਸਾਰੀ ਰਾਤ ਐ ਫੀਲ ਕਰ ਰਿਹਾ ਸੀ ਕਿ ਮੈਂ ਇੱਕ ਟੈਰਰਿਸਟ ਹੁੰਨਾ। ਜੀ ਮੈਨੂੰ ਪੋਜ਼ਿਟਿਵ ਆ ਗਿਆ ਤੇ ਮੇਰੀ ਕਿਸੇ ਨੇ ਨਹੀਂ ਸੁਣੀ, ਮੈਨੂੰ ਚੱਕ ਆਈਸੋਲੇਸ਼ਨ ਵਾਰਡ 'ਚ ਪਾਤਾ। ਡਾਕਟਰ ਸਾਹਿਬ ਇੱਕ ਸਵਾਲ ਜ਼ਰੂਰ ਜ਼ਿਹਨ ਦੇ ਵਿੱਚ ਉੱਠਦਾ ਕਿ ਤੁਸੀਂ ਵੀ ਡਾਕਟਰ ਹੋ, ਪੜ੍ਹੇ ਲਿਖੇ ਹੋ ਤੇ ਅੱਗੇ ਵੀ ਪੜ੍ਹਾਈ ਜਾਰੀ ਰੱਖੀ ਆ, ਕੀ ਤੁਹਾਨੂੰ ਇਹ ਨਹੀਂ ਲੱਗਿਆ ਕਿ ਜਿਸ ਤਰ੍ਹਾਂ ਸਰਕਾਰ ਦੀ ਪਾਲਿਸੀ ਆ ਕਿ ਜੇਕਰ ਕੋਈ ਬਾਹਰੋਂ ਆਉਂਦਾ ਤਾਂ ਉਹ ਆਪਣੀ ਜਾਣਕਾਰੀ ਸਿਹਤ ਵਿਭਾਗ ਨੂੰ ਦਿੰਦਾ, ਸ਼ਾਇਦ ਲੱਗਦਾ ਨਹੀਂ ਤੁਹਾਡੇ ਤੋਂ ਕੋਈ ਚੂਕ ਹੋਈ ਹੈ ਵੀ ਤੁਸੀਂ ਜਾਣਕਾਰੀ ਨਹੀਂ ਦਿੱਤੀ ਜਾਂ ਫਿਰ ਰਿਪੋਰਟ ਨਹੀਂ ਦਿੱਤੀ? ਜਾਣਕਾਰੀ ਨਾਲ ਦੀ ਨਾਲ ਮੈਂ 24 ਨੂੰ ਸ਼ਾਮ ਨੂੰ ਪਹੁੰਚਿਆ ਸੀ ਜੀ ਤੇ 25 ਨੂੰ ਜਾਣਕਾਰੀ ਪਹੁੰਚ ਗਈ ਸੀ ਸਿਹਤ ਵਿਭਾਗ ਨੂੰ ਜੀ ਤੇ ਮੇਰੇ ਸਿਸਟਰ ਖੁਦ ਸਿਹਤ ਵਿਭਾਗ ਦੇ ਮੈਂਬਰ ਨੇ, ਜੀ ਰੀਅਲ ਸਿਸਟਰ। ਜੀ ਮੇਰੀ ਸਿਸਟਰ ਨੇ ਦੇਖਿਆ ਕਿ ਸਚਿਨ ਟੋਟਲੀ ਏਸਿਮਟੋਮੈਟਿਕ ਹੈ। ਜੀ ਤੁਸੀਂ ਜਦੋਂ ਹਸਪੀਟਲ ਸਰਕਾਰੀ ਹਸਪੀਟਲ ਐਡਮਿਟ ਹੋ ਗਏ ਡਾਕਟਰ ਸਾਹਿਬ ਤੇ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਨਹੀਂ ਕੀਤੀ ਇਸ ਚੀਜ਼ ਨੂੰ ਲੈ ਕੇ ਕਿਸੇ ਨੂੰ ਕਿਸ ਚੀਜ਼ ਦੀ? ਵੀ ਇੱਥੇ ਜਿਹੜਾ ਹੈਗਾ ਸਾਫ ਸਫਾਈ ਨਹੀਂ ਜਾਂ ਫਿਰ ਟ੍ਰੀਟ ਨਹੀਂ ਸਹੀ ਹੋ ਰਿਹਾ? ਮੈਂ ਕੱਲ ਰਾਤ ਸਾਰੀ ਰਾਤ ਦੇਖੋ ਮੈਂ ਸੋ ਨਹੀਂ ਪਾਇਆ। ਜੀ ਸਵੇਰੇ ਮੈਨੇ ਇੱਥੇ ਹਸਪੀਟਲ ਦਾ ਜਿਹੜਾ ਸਟਾਫ ਹੈ, ਜਿਹੜੇ ਡਾਕਟਰਸ ਨੇ, ਮੈਂ ਉਹਨਾਂ ਨੂੰ ਕੰਪਲੇਂਟ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਹਾਇਰ ਅਥਾਰਟੀ ਨਾਲ ਗੱਲ ਕਰਾਂਗੇ। ਜੀ ਬਟ 9 ਵਜ ਗਏ ਜੀ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਹਾਰ ਕੇ ਮੈਨੂੰ ਮੀਡੀਆ ਦੀ ਹੈਲਪ ਲੈਣੀ ਪਈ। ਜੀ ਉਧਰੋਂ ਮੇਰੀ ਸਾਰੀ ਫੈਮਿਲੀ ਨੂੰ ਹੋਮ ਕੁਆਰੰਟਾਈਨ ਕਰਤਾ, ਉਹਨਾਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਜਾ ਰਿਹਾ, ਉਹ ਵੀ ਮੈਨੂੰ ਮਿਲਣ ਨਹੀਂ ਆ ਸਕਦੇ ਇੱਥੇ। ਜੀ ਮੈਂ ਇਹ ਗੱਲ ਕਹਿਣਾ ਚਾਹਨਾ, ਮੈਨੂੰ ਅੱਜ ਦੇ ਟਾਈਮ ਤੇ ਐਸਐਮਓ ਸਾਹਿਬ ਜਾਂ ਹਾਇਰ ਅਥਾਰਟੀ ਨੇ ਇਹ ਕਿਹਾ ਵੀ ਜੇ ਕੋਈ ਵੀ ਡਾਕਟਰ ਪੋਜ਼ਿਟਿਵ ਆਂਦਾ ਹੈ ਤਾਂ ਉਸਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਰਹਿਣਾ ਪਊਗਾ। ਜੀ ਮੈਂ ਇਹ ਪੁੱਛਣਾ ਚਾਹਨਾ ਵੀ ਜਿਹੜੇ ਵੀ ਸਿਵਲ ਹਸਪੀਟਲ ਦੇ ਡਾਕਟਰਸ ਨੇ
ਜਾਂ ਪੈਰਾਮੈਡੀਕਲ ਸਟਾਫ ਹੈ ਜਾਂ ਸਵੀਪਰਸ ਨੇ ਜਾਂ ਪੁਲਿਸ ਸਟਾਫ ਹੈ, ਜਿਹੜੇ ਫਰੰਟ ਲਾਈਨਰਸ ਨੇ, ਜੀ ਉਹਨਾਂ ਦੀ ਟੈਸਟਿੰਗ ਹੋਈ ਹੈ। ਜੀ ਕਿਸੇ ਵੀ ਫਰੰਟ ਲਾਈਨਰ ਦੇ ਆਈ ਕਾਰਡ ਦੇ ਉੱਤੇ ਲਿਖਿਆ ਹੋਇਆ ਕਿ ਕੋਰੋਨਾ ਨੈਗੇਟਿਵ ਜਾਂ ਕੋਰੋਨਾ ਪੋਜ਼ਿਟਿਵ। ਜੀ ਮੈਂ ਅੱਜ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਸਿਵਲ ਹਸਪੀਟਲ ਦਾ ਅੱਧੇ ਤੋਂ ਵੱਧ ਸਟਾਫ ਕੋਰੋਨਾ ਪੋਜ਼ਿਟਿਵ ਹੈ। ਜੀ ਉਹਨਾਂ ਤੋਂ ਹੀ ਅੱਗੇ ਫੈਲ ਰਿਹਾ ਹੈ। ਜੇਕਰ ਡਾਕਟਰ ਸਾਹਿਬ ਹੁਣ ਗੱਲ ਕਰੀਏ, ਤੁਸੀਂ ਹੁਣ ਘਰੋਂ ਆਈਸੋਲੇਸ਼ਨ ਜਾਂ ਫਿਰ ਹਸਪੀਟਲ ਸਰਕਾਰੀ ਸੰਗਰੂਰ, ਮੈਂ ਹੁਣ ਸਰਕਾਰੀ ਹਸਪੀਟਲ, ਸਿਵਲ ਹਸਪੀਟਲ ਦੇ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਹਾਂ। ਜਦ ਤੁਸੀਂ ਕੋਈ ਕੰਪਲੇਂਟ ਕੀਤੀ ਹੈ, ਕੋਈ ਅਧਿਕਾਰੀ ਸਿਵਲ ਵਿਭਾਗ ਦਾ, ਪੁਲਿਸ ਅਧਿਕਾਰੀ ਜਾਂ ਸਿਹਤ ਵਿਭਾਗ ਦਾ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਮਿਲਣਾ ਹੈ ਤੁਹਾਨੂੰ? ਨਹੀਂ ਜੀ, ਇੱਥੇ ਐਕਚੁਅਲੀ ਆਈਸੋਲੇਸ਼ਨ ਵਾਰਡ ਦੇ ਅੰਦਰ ਹੋਣ ਕਰਕੇ ਨਹੀਂ ਆਉਣ ਦਿੰਦੇ। ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਪੀਪੀ ਕਿਟ ਪਾ ਕੇ ਅੰਦਰ ਆਉਂਦੇ ਨੇ। ਤੇ ਤੁਸੀਂ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਤੇ ਫਿਰ ਕੀ ਉਹਨਾਂ ਨੇ ਆਸ਼ਵਾਸਨ ਦਿੱਤਾ ਤੁਹਾਨੂੰ ਉਹ ਕਹਿੰਦੇ ਜੀ ਇਹ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੈਗੀਆਂ, ਅਸੀਂ ਤਾਂ ਜਸਟ ਡਿਊਟੀ ਕਰਦੇ ਹਾਂ, ਸਾਡੇ ਡਿਊਟੀ ਆਵਰਸ ਮਿਲੇ ਹੋਏ ਨੇ ਸਾਨੂੰ। ਜੀ ਇਹ ਚੀਜ਼ਾਂ ਹਾਇਰ ਅਥਾਰਟੀ ਦੇ ਹੱਥ ਵਿੱਚ ਨੇ, ਤੇ ਹਾਇਰ ਅਥਾਰਟੀ ਮੈਨੂੰ ਇਹ ਕਹਿ ਰਹੀ ਹੈ ਵੀ ਜੇ ਅਸੀਂ ਪੋਜ਼ਿਟਿਵ ਆਵਾਂਗੇ ਤਾਂ ਅਸੀਂ ਵੀ ਇਹੀ ਵਾਰਡ ਵਿੱਚ ਰਵਾਂਗੇ। ਜੀ ਮੈਂ ਹਾਇਰ ਅਥਾਰਟੀ ਨੂੰ ਇਹ ਕਹਿਣਾ ਚਾਹੁੰਦਾ, ਮੈਨੂੰ ਸੰਗਰੂਰ ਦੇ ਜਿੰਨੇ ਵੀ ਫਰੰਟ ਲਾਈਨਰਸ ਨੇ ਉਹਨਾਂ ਦੀ ਕੋਰੋਨਾ ਦੀ ਰਿਪੋਰਟ ਟੀਵੀ ਵਿੱਚ ਡਿਸਪਲੇ ਕੀਤੀ ਜਾਵੇ ਜੀ ਕਿ ਕੋਰੋਨਾ ਦੇ ਜਿਹੜੇ ਫਰੰਟ ਲਾਈਨਰਸ ਨੇ ਉਹਨਾਂ ਦੀ ਰਿਪੋਰਟਿੰਗ ਆ ਰਹੀ, ਜੀ ਤੇ ਉਹਨਾਂ 'ਚ ਮੈਂ ਵੀ ਦੇਖਣਾ ਚਾਹੁੰਦਾ ਕਿ ਜਦੋਂ ਫਰੰਟ ਲਾਈਨਰਸ ਇਹਨਾਂ ਆਈਸੋਲੇਸ਼ਨ ਵਾਰਡਸ 'ਚ ਰਹਿਣਗੇ ਉਹਨਾਂ ਦੀਆਂ ਭਾਵਨਾਵਾਂ ਕੀ ਨੇ। ਜੀ ਮੈਂ 2 ਮਹੀਨਿਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ, ਅਸੀਂ ਉੱਥੇ 150 ਮਰੀਜ਼ ਰੋਜ਼ ਦੇਖ ਰਹੇ ਹਾਂ ਗੁਜਰਾਤ ਵਿੱਚ। ਜੀ। ਗੁਜਰਾਤ ਵਿੱਚ ਪੰਜਾਬ ਨਾਲੋਂ ਵੱਧ ਕੇਸ ਨੇ ਕੋਰੋਨਾ ਦੇ। ਜੀ ਅਸੀਂ ਸਟਿਲ ਉੱਥੇ ਫੀਲਡ ਦੇ ਵਿੱਚ ਉਤਰ ਕੇ ਕੋਰੋਨਾ ਦੇ ਪੇਸ਼ੈਂਟਸ ਦੀ ਟੈਸਟਿੰਗ ਕਰ ਰਹੇ ਹਾਂ। ਜੀ ਹੁਣ ਜੇਕਰ ਗੱਲ ਕਰੀਏ ਡਾਕਟਰ ਸਚਿਨ ਦੀ, ਤਾਂ ਉਹ ਕੀ ਚਾਹੁੰਦੇ ਨੇ, ਕੀ ਹੋਣਾ ਚਾਹੀਦਾ, ਪ੍ਰਸ਼ਾਸਨ ਕੀ ਕਰ ਸਕਦਾ ਉਹਦੇ ਲਈ? ਦੇਖੋ, ਮੈਂ ਟੋਟਲੀ ਏਸਿਮਟੋਮੈਟਿਕ ਹਾਂ। ਜੀ ਮੈਂ ਆਪਣਾ ਧਿਆਨ ਘਰੇ ਰਹਿ ਕੇ, ਜੋ ਮੈਂ ਹੁਣ ਪਿਛਲੇ 10 ਦਿਨ ਤੋਂ ਘਰ ਸੀਗਾ, ਮੈਂ ਵਧੀਆ ਡਾਈਟ ਖਾ ਰਿਹਾ ਸੀ, ਜੀ। ਵਧੀਆ ਸੇਫ এনवायरमेंट ਦੇ ਵਿੱਚ ਰਹਿ ਰਿਹਾ ਸੀ। ਜੀ ਠੀਕ ਹੈ, ਗਵਰਨਮੈਂਟ ਦਾ ਪ੍ਰੋਟੋਕਾਲ ਹੈ ਕਿ ਜਿਹੜੇ ਪੋਜ਼ਿਟਿਵ ਪੇਸ਼ੈਂਟਸ ਨੇ ਉਹਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਜਾਵੇ, ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ। ਬਟ ਜਿਹੜੀ ਕੰਡੀਸ਼ਨ ਘਰ ਦੇ ਵਿੱਚ ਸੀਗੀ ਸਾਫ਼ ਸੁਥਰੀ, ਜੀ ਜੀ ਉਹ ਕੰਡੀਸ਼ਨ ਸਾਨੂੰ ਨਹੀਂ ਪ੍ਰੋਵਾਈਡ ਕੀਤੀ ਜਾਊਗੀ ਇੱਥੇ, ਮੈਨੂੰ ਤਾਂ 4 ਬਿਮਾਰੀਆਂ ਹੋਰ ਲੱਗ ਜਾਣਗੀਆਂ। ਜੀ ਕੋਰੋਨਾ ਦੇ ਨਾਲ ਰਾਤ ਅੰਨਾ ਮੱਛਰ ਸੀ, ਮੈਨੂੰ ਡੇਂਗੂ ਹੋ ਜੂ, ਮੈਨੂੰ ਮਲੇਰੀਆ ਹੋ ਜੂ, ਮੈਂ ਸੁੱਤਾ ਨਹੀਂ, ਮੈਨੂੰ ਮੇਰੀ ਇਮਿਊਨਿਟੀ ਵੀਕ ਹੋ ਜੂਗੀ, ਮੈਂ ਸਵੇਰ ਦਾ ਨਾ ਟੈਂਸਡ ਹਾਂ। ਜੀ ਕੀ ਡਾਕਟਰ ਸਾਹਿਬ, ਕੀ ਡਾਕਟਰ ਸਾਹਿਬ, ਇੱਕ ਸੈਕਿੰਡ, ਜਿਹੜੇ ਕੋਰੋਨਾ ਨਾਲ ਏਸਿਮਟੋਮੈਟਿਕ ਪੇਸ਼ੈਂਟਸ ਨੇ ਨਾ, ਜਿਹੜੇ ਕੋਰੋਨਾ ਪੋਜ਼ਿਟਿਵ ਏਸਿਮਟੋਮੈਟਿਕ ਪੇਸ਼ੈਂਟਸ ਨੇ, ਉਹਨਾਂ ਦੀ ਜੇ ਇਮਿਊਨਿਟੀ ਸਟਰੋਂਗ ਹੈ ਤਾਂ ਕੋਰੋਨਾ ਆਪਣੇ ਆਪ ਵਿਦਿਨ 10 to 15 ਡੇਜ਼ ਨੈਗੇਟਿਵ ਹੋ ਜਾਊਗਾ। ਜੀ ਬਟ ਜੇ ਤੁਹਾਡੀ ਇਮਿਊਨਿਟੀ ਹੀ ਸਟਰੋਂਗ ਨਹੀਂ ਰਹੂਗੀ, ਜੀ ਤੁਸੀਂ ਇਹੋ ਜਿਹੀ ਕੰਡੀਸ਼ਨ 'ਚ ਅਗਰ ਰਹਿਣ ਲੱਗੇ ਤਾਂ ਤੁਸੀਂ ਕਿੱਥੇ ਫਾਈਟ ਕਰ ਸਕਦੇ ਹੋ ਕੋਰੋਨਾ ਨਾਲ? ਜੀ ਜੀ ਬਿਲਕੁਲ। ਤੇ ਜੇਕਰ ਅਸੀਂ ਕਹੀਏ ਕਿ ਤੁਹਾਡਾ ਟ੍ਰੀਟਮੈਂਟ ਸਹੀ ਹੋ ਰਿਹਾ, ਇਲਾਜ ਹੋ ਸਰ, ਰਿਹਾ? ਟ੍ਰੀਟਮੈਂਟ ਤਾਂ ਕੋਈ ਹੈ ਹੀ ਨਹੀਂ ਨਾ, ਜਦੋਂ ਮੈਨੂੰ ਕੋਈ ਸਿੰਪਟਮਸ ਹੀ ਨਹੀਂ ਹੈਗੇ। ਓਕੇ, ਜਦੋਂ ਤੁਹਾਨੂੰ ਕੋਈ ਸਿੰਪਟਮ, ਮੈਨੂੰ ਸਿਰਫ ਅਲੱਗ ਕੀਤਾ ਗਿਆ ਬਾਕੀ ਦੁਨੀਆ ਤੋਂ। ਅੱਛਾ, ਡਾਕਟਰ ਸਚਿਨ ਦੇ ਨਾਲ ਕੋਈ ਹੋਰ ਵੀ ਆਈਸੋਲੇਸ਼ਨ ਵਾਰਡ ਦੇ ਵਿੱਚ ਐਡਮਿਟ ਆ? ਨਾਲ ਦੇ ਰੂਮਸ ਵਿੱਚ ਬਹੁਤ ਲੋਕ ਨੇ, ਪਿੰਡਾਂ ਤੋਂ, ਮਤਲਬ ਬਜ਼ੁਰਗ ਲੋਕ ਹੈਗੇ ਨੇ। ਜੀ ਮੇਰੀ ਏਜ ਦਾ ਕੋਈ ਨਹੀਂ ਹੈਗਾ, ਮੈਂ 26 ਇਅਰਸ 올ਡ ਹਾਂ, ਬਾਕੀ ਕਾਫੀ ਬਜ਼ੁਰਗ ਨੇ, ਉਹ 60 70। ਤੁਹਾਡੇ ਨਾਲ ਨੇ ਜਾਂ ਅਲੱਗ ਕਮਰੇ ਦੇ ਵਿੱਚ? ਉਹ ਨਾਲ ਦੇ ਕਮਰੇ 'ਚ ਨੇ। ਮੇਰੇ ਰੂਮ 'ਚ 3 ਬੈੱਡ ਲੱਗੇ ਹੋਏ ਨੇ, 3 ਤੋਂ 4 ਬੈੱਡ। ਮੈਨੂੰ ਇਹ ਰੂਮ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਐਵੇਂ ਲੱਗਦਾ ਸੀ, ਸਿਹਤ ਵਿਭਾਗ ਨੂੰ, ਕਿ ਮੇਰੀ ਫੈਮਿਲੀ ਵੀ ਪੋਜ਼ਿਟਿਵ ਆਊਗੀ ਤੇ ਉਹਨਾਂ ਨੂੰ ਵੀ ਇੱਥੇ ਹੀ ਸ਼ਿਫਟ ਕਰ ਦਿੱਤਾ ਕੀ ਜਾਊਗਾ। ਉਹਨਾਂ ਦੇ ਸੈਂਪਲਿੰਗ ਹੋਈ ਆ ਡਾਕਟਰ ਸਾਹਿਬ? ਮੇਰੀ ਫੈਮਿਲੀ ਨੇ ਸੈਂਪਲਿੰਗ ਹਜੇ ਨਹੀਂ ਹੋਈ ਕਿਉਂਕਿ ਮੇਰੀ ਫੈਮਿਲੀ ਨੇ ਵੀ ਇਹੀ ਰਿਕੁਐਸਟ ਕੀਤੀ ਹੈ ਕਿ ਸਾਡੀ ਤਾਂ ਪੋਜ਼ਿਟਿਵ ਆਊਗੀ ਹੀ, ਜੇ ਆਈ ਪੋਜ਼ਿਟਿਵ ਰਿਪੋਰਟ ਤਾਂ ਸਾਨੂੰ ਵੀ ਤੁਸੀਂ ਕਿੱਥੇ ਰੱਖੋਗੇ, ਅਸੀਂ ਉਸ ਕੰਡੀਸ਼ਨ 'ਚ ਨਹੀਂ ਰਹਿ ਸਕਦੇ। ਫਿਰ ਡਾਕਟਰ ਸਾਹਿਬ ਇੱਕ ਅਣਗਹਿਲੀ ਕਹਿ ਸਕਦੇ ਹਾਂ ਕਿ ਡਾਕਟਰ ਸਚਿਨ ਤੋਂ ਹੋਈ ਆ, ਕਿਉਂਕਿ ਬਾਹਰੋਂ ਆਏ ਫੈਮਿਲੀ ਵਿੱਚ ਵਿਚਰੇ ਨੇ, ਜੇਕਰ ਪੋਜ਼ਿਟਿਵ ਆਉਂਦੇ ਨੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੀ ਵੀ ਇਹਦੇ ਵਿੱਚ ਨਹੀਂ ਗਲਤੀ ਸਰ, ਨਹੀਂ, ਮੈਂ ਜਿਸ ਦਿਨ ਆਇਆ ਹਾਂ ਉਸ ਤੋਂ ਨੈਕਸਟ ਡੇ ਹੀ ਕੁਆਰੰਟਾਈਨ ਟੀਮ ਆ ਗਈ, ਮੈਨੂੰ ਆਈਸੋਲੇਟ ਕੀਤਾ। ਮੈਂ ਘਰ ਦੇ ਵਿੱਚ ਇੱਕ ਸੈਪਰੇਟ ਰੂਮ ਵਿੱਚ ਰਹਿ ਰਿਹਾ ਸੀ, ਜੀ ਨਾ ਆਪਣੇ ਮਦਰ ਨਾਲ ਗੱਲ ਕਰਦਾ ਸੀ, ਨਾ ਆਪਣੇ ਸਿਸਟਰ ਨਾਲ ਗੱਲ ਕਰਦਾ ਸੀ। ਜੀ ਫਿਰ ਹੁਣ ਮੈਨੂੰ ਸੈਂਪਲਿੰਗ ਪਰਿਵਾਰ ਸੈਂਪਲਿੰਗ ਕਰਵਾਉਣ ਲਈ ਤਿਆਰ ਆ ਜਾਂ ਨਹੀਂ? ਨਹੀਂ, ਸਾਡੇ ਸਾਰੇ ਮੁਹੱਲੇ ਦੀ ਸੈਂਪਲਿੰਗ ਹੋਊਗੀ, ਇੰਕਲੂਡਿੰਗ ਮਾਈ ਫੈਮਿਲੀ। ਸਾਰੇ ਸੈਂਪਲਿੰਗ ਕਰਵਾਉਣ ਲਈ ਤਿਆਰ ਨੇ। ਓਕੇ, ਬਟ ਗਵਰਨਮੈਂਟ ਜਿਹੜੇ ਕੰਡੀਸ਼ਨ ਸਾਨੂੰ ਰੱਖ ਰਹੀ ਹੈ, ਇਹ 'ਚ ਤਾਂ ਅਸੀਂ ਹੋਰ ਬਿਮਾਰ ਹੋ ਜਾਾਂਗੇ। ਜੀ ਜੀ ਤੇ ਮੈਂ ਫਰੰਟ ਲਾਈਨਰਸ ਨੂੰ ਇਹ ਕਹਿਣਾ ਚਾਹਨਾ ਕਿ ਤੁਸੀਂ ਸਾਰੇ ਫਰੰਟ ਲਾਈਨਰਸ ਆਪਣੀ ਟੈਸਟਿੰਗ ਕਰਵਾਓ। ਜਿਹੜੇ ਪੋਜ਼ਿਟਿਵ ਆਉਂਦੇ ਨੇ ਸਾਰੇ ਡਾਕਟਰਸ ਆਹ ਵਾਰਡ 'ਚ ਆ ਕੇ ਰਹਿ ਕੇ ਦੇਖੋ, ਜੀ ਇੰਕਲੂਡਿੰਗ ਹਾਇਰ ਅਥਾਰਟੀ। ਜੀ ਮੈਂ ਉਹਨਾਂ ਦੀ ਭਾਵਨਾਵਾਂ ਫਿਰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੈ? ਸੋ ਡਾਕਟਰ ਸਚਿਨ ਜੀ, ਅਸੀਂ ਸੰਪਰਕ ਸਾਧਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਜਾਂ ਫਿਰ ਸਿਹਤ ਵਿਭਾਗ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ, ਤੇ ਤੁਹਾਡੀ ਜਿਹੜੀ ਪਰੇਸ਼ਾਨੀ ਹੈ ਉਹਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰੂਗਾ ਡੇਲੀ ਪੋਸਟ ਪੰਜਾਬੀ। ਤੇ ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇਣ ਦੇ ਲਈ। ਥੈਂਕ ਯੂ ਸਰ, ਥੈਂਕ ਯੂ ਸਰ। ਸੁਣਿਆ ਤੁਸੀਂ ਨੇ ਡਾਕਟਰ ਸਚਿਨ ਨੇ ਕੀ ਕਿਹਾ, ਜੋ ਸਰਕਾਰੀ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਹੈ। ਆਰੋਪ ਲਗਾਏ ਨੇ, ਇਹਨਾਂ ਆਰੋਪਾਂ ਦੀ ਪੁਸ਼ਟੀ ਅਤੇ ਜਾਣਕਾਰੀ ਲੈਣ ਦੇ ਲਈ ਅਸੀਂ ਸੰਗਰੂਰ ਦੇ ਐਸਐਮਓ ਡਾਕਟਰ ਕਿਰਪਾਲ ਨਾਲ ਜਾਣਕਾਰੀ ਲਿੱਤੀ ਗਈ। ਕੀ ਕੁਝ ਕਿਹਾ ਡਾਕਟਰ ਨੇ ਇਹਨਾਂ ਆਰੋਪਾਂ ਤੇ, ਆਓ ਸੁਣਵਾਉਣੇ ਤੁਹਾਨੂੰ ਹੋਈ ਗੱਲਬਾਤ। ਡਾਕਟਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸੁੱਖਾ ਖੇੜੀਆ ਵਾਲਾ ਬੋਲ ਰਿਹਾ ਜੀ, ਮੈਂ ਪੱਤਰਕਾਰ ਡੇਲੀ ਪੋਸਟ ਪੰਜਾਬੀ ਤੋਂ। ਬੋਲੋ ਭਾਜੀ। ਇੱਕ ਡਾਕਟਰ ਸਚਿਨ ਨੇ ਜੀ, ਕੀ ਉਹ ਪੋਜ਼ਿਟਿਵ ਨੇ ਜੀ?
ਹਾਂ ਪੋਜ਼ਿਟਿਵ ਕੇਸ ਹੈ ਜੀ ਉਹ। ਤੇ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਹਾਂਜੀ ਨੇ? ਹਾਂਜੀ 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 ਡਾਕਟਰ ਸਾਹਿਬ ਕੁਛ ਨਾ ਉਹਨਾਂ ਨੇ ਗੱਲਬਾਤ ਹੋਈ ਹੈ ਮੇਰੇ ਫੋਨ ਤੇ, ਉਹ ਕਹਿ ਜੀ। ਰਿਹਾ ਵੀ ਉੱਥੇ ਸਾਫ਼ ਸਫਾਈ ਨਹੀਂ ਹੈਗੀ ਜਾਂ ਫਿਰ ਉਹਨਾਂ ਨੂੰ ਘਰ ਭੇਜ ਕੇ ਘਰ ਆਈਸੋਲੇਸ਼ਨ ਕੀਤਾ ਜਾਵੇ ਕਿਉਂਕਿ ਉੱਥੇ ਕਾਫੀ ਕੰਡੀਸ਼ਨ ਸਹੀ ਨਹੀਂ ਹੈਗੀ। ਕੀ ਇਹ ਗੱਲ ਸੱਚ ਹੈ ਜੀ? ਸਰ ਪੰਜਾਬ ਸਰਕਾਰ ਦਾ ਪ੍ਰੋਟੋਕੋਲ ਹੈ ਇੱਕ, ਤੁਸੀਂ ਸਰ ਕਰੋ ਕੰਮ ਕੋਈ ਨਾ। ਪੰਜਾਬ ਸਰਕਾਰ ਦਾ ਪ੍ਰੋਟੋਕੋਲ ਹੈ, ਜਿਹੜਾ ਪੋਜ਼ਿਟਿਵ ਕੇਸ ਹੈ ਉਹ ਜੋ ਗਵਰਨਮੈਂਟ ਦੀਆਂ ਕੁਆਰੰਟਾਈਨ ਸੈਂਟਰ ਨੇਗੇ, ਆਈਸੋਲੇਸ਼ਨ ਸੈਂਟਰ, ਉੱਥੇ ਹੀ ਰੱਖਣਾ ਹੈਗਾ। ਜੀ ਤੇ ਠੀਕ ਉਹ ਹੈ, ਕੁਛ ਜੋ ਸੁਣ ਲਓ ਗੱਲ ਮੇਰੀ, ਪੂਰਾ ਸੁਣ ਜੀ ਲਓ। ਜੀ ਜੇ ਸਰਕਾਰ ਨੇ ਕੋਈ ਗਾਈਡਲਾਈਨ ਇਸ਼ੂ ਕੀਤੀ ਨਹੀਂ ਆ, ਉਹ ਕੱਲੇ ਮੇਰੇ ਵਾਸਤੇ ਨਹੀਂ ਕੀਤੀਆਂ, ਸਾਰੇ ਪੰਜਾਬ ਵਾਸਤੇ ਲਾਗੂ ਨੇ ਉਹ। ਜੀ ਜੇ ਪੋਜ਼ਿਟਿਵ ਕੇਸ ਨੂੰ ਅਸੀਂ ਘਰੇ ਪਾ ਦਿੰਦੇ ਆ, ਜੀ ਜੇ ਮੇਰਾ ਭਾਈ ਹੋਵੇ, ਤੁਹਾਡਾ ਭਾਈ ਹੋਵੇ, ਜੀ ਕੀ ਤੁਹਾਨੂੰ ਇਨਫੈਕਸ਼ਨ ਨਹੀਂ ਹੋਊਗੀ ਉਹ ਤੋਂ? ਬਿਲਕੁਲ ਸਹੀ ਹੈ ਜੀ, ਨਹੀਂ ਸਰਕਾਰ ਦੀ ਕੀ ਨੀਤੀ ਸੁਣ ਸਹੀ ਲਓ, ਹੈ। ਠੀਕ ਹੈ ਸਰ, ਕਈ ਜਿਹੜੇ ਬੰਦੇ ਗੁਆਂਢ ਚ ਨੇ ਉਹਨੂੰ ਇਨਫੈਕਟ ਨਹੀਂ ਹੋਣਗੇ। ਬਿਲਕੁਲ ਜੀ ਕੀ ਬੰਦਾ ਜਿਹੜਾ ਬਾਹਰ ਬਾਜ਼ਾਰ ਜਾਊਗਾ ਲੋਕਾਂ ਨੂੰ ਇਨਫੈਕਟ ਨਹੀਂ ਕਰੂਗਾ। ਜੀ ਠੀਕ ਹੈ, ਉਹ ਇੱਕ ਨੈਗਲੀਜੈਂਸ ਦਾ ਪਰਚਾ ਦਰਜ ਹੁੰਦਾ ਉਹ ਤੇ ਬੰਦੇ ਤੇ, ਬਿਲਕੁਲ 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 ਸਰਕਾਰ ਤੇ ਵੀ, ਮਹਿਕਮੇ ਤੇ ਵੀ, ਸਭ ਤੇ ਦਰਜ ਹੁੰਦਾ ਬਿਲਕੁਲ ਹੈਗਾ। ਬਿਲਕੁਲ ਬਿਲਕੁਲ ਜੋ ਅਸੀਂ ਕੰਮ ਕਰ ਰਹੇ ਹਾਂ ਐਜ਼ ਪਰ ਸਰਕਾਰੀ ਗਾਈਡਲਾਈਨ ਮੁਤਾਬਕ ਕਰ ਰਹੇ ਹਾਂ। ਬਿਲਕੁਲ। ਕੀ ਡਾਕਟਰ ਸਾਹਿਬ ਇਹ ਜਿਹੜੇ ਡਾਕਟਰ ਨੇ ਇਹਨਾਂ ਨੇ ਜਾਣਕਾਰੀ ਖੁਦ ਦਿੱਤੀ ਸੀ ਸਿਵਲ ਵਿਭਾਗ ਨੂੰ ਕਿ ਮੈਂ ਬਾਹਰੋਂ ਆਇਆ ਜਾਂ ਸਰ ਕਿਸੇ? ਇਹਨੂੰ ਟਰੇਸ ਕੀਤਾ ਗਿਆ ਸੀ, ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਡੀ ਸਾਹਿਬ ਕੋਲ ਇਨਫੋਰਮੇਸ਼ਨ ਆਉਂਦੀ ਹੈਗੀ। ਓਕੇ, ਇਹਨਾਂ ਨੇ ਖੁਦ ਨਹੀਂ ਦੱਸਿਆ ਸੀ ਜੀ? ਹਾਂ ਉੱਥੇ ਦੱਸਿਆ ਸੀਗਾ, ਤੇ ਉਹ ਇਹ ਹੈ ਗੁਜਰਾਤ ਦੇ ਵਿੱਚੋਂ। ਨਹੀਂ ਖੁਦ ਇਹਨਾਂ ਨੇ ਜਾਣਕਾਰੀ ਦਿੱਤੀ ਸੀ ਜੀ? ਨਹੀਂ ਇਹ ਮੈਨੂੰ ਗੱਲ ਨਹੀਂ ਕਲੀਅਰ ਹੈਗੀ ਜੀ, ਮੈਨੂੰ ਦਿੱਤੀ ਹੈ ਕਿ ਆਪ ਆਇਆ, ਤੇ ਸਾਨੂੰ ਜੋ ਇਨਫੋਰਮੇਸ਼ਨ ਡੀ ਸਾਹਿਬ ਦਫ਼ਤਰ ਚ ਆਉਂਦੀ ਹੈਗੀ, ਅਸੀਂ ਉਹਨਾਂ ਜਾ ਕੇ ਉਹਨੂੰ ਮੋਟੀਵੇਟ ਕਰਦੇ ਹਾਂ, ਲੈ ਕੇ ਸੈਂਪਲ ਆਉਂਦੇ ਹੈਗੇ। ਜੀ ਇਹਨੂੰ ਲਿਆ ਕੇ ਅਸੀਂ ਆਪਣੇ ਇੱਥੇ ਸੈਂਪਲ ਰੱਖਿਆ, ਜੀ ਸੈਂਪਲ ਲਿਆ ਕੇ ਉਹਨੂੰ ਤੇ ਬਾਹਰ ਉੱਥੇ ਰਿਪੋਰਟ ਭੇਜਤੀ। ਜੀ ਇਹਨਾਂ ਸਾਰੇ ਪਰਿਵਾਰ ਨੂੰ ਅਸੀਂ ਹੋਮ ਕੁਆਰੰਟਾਈਨ ਕਰਤਾ। ਉਹਨਾਂ ਦੇ ਜਿਹੜੇ ਹੈਗੇ ਆ ਲੈ ਲਏ ਗਏ ਘਰ ਦੇ ਸੈਂਪਲਿੰਗ ਵਿੱਚ। ਜੀ? ਜੀ ਸਰ ਸੈਂਪਲ ਤਾਂ ਹੀ ਪੋਜ਼ਿਟਿਵ ਆਏਗਾ। ਨਹੀਂ ਨਹੀਂ ਪਰਿਵਾਰ ਦੇ ਸਾਰੇ ਦੀ? ਹਾਂਜੀ ਹਾਂਜੀ ਉਹਦੀ ਲੈ ਰਹੇ ਸੀ ਅੱਜ। ਅੱਜ ਲੈ ਰਹੇ ਹੋ, ਠੀਕ ਆ ਜੀ। ਹਾਂਜੀ ਸਰ ਠੀਕ ਹੈ। ਹੁਣ ਜੇ ਪੋਜ਼ਿਟਿਵ ਰਾਤ ਦੀ ਰਿਪੋਰਟ ਆ ਗਈ ਤਾਂ ਅਸੀਂ ਇਹਨੂੰ ਇਮੀਡੀਏਟਲੀ ਐਕਸ਼ਨ ਜਿਆਦਾ ਭੇਜਣਾ ਸੀ ਘਰ ਦਾ, ਜੀ ਚਾਹੇ ਸਾਡੇ ਕੋਲ ਇੱਥੇ ਸੈਂਟਰ ਹੈ, ਜੀ ਅਸੀਂ ਉਸੇ ਭਰਤੀ ਕਰਾਤਾ ਇਹਨੂੰ। ਜੀ ਕਿ ਜੇ ਇਹਨੂੰ ਕੋਈ ਪ੍ਰੋਬਲਮ ਸੀਗੀ, ਕਿ ਜੇ ਉੱਥੇ ਘੱਟੋ ਘੱਟ 15 ਤੋਂ 16 ਮਰੀਜ਼ ਪਏ ਨੇਗੇ, ਜੀ ਉਹਨਾਂ ਵੱਲੋਂ ਕਿਸੇ ਕੋਈ ਕੰਪਲੇਂਟ ਨਹੀਂ, ਕੋਈ ਖਾਣੇ ਦੀ ਨਹੀਂ, ਕੋਈ ਪੀਣ ਦੀ ਨਹੀਂ, ਕੋਈ ਰਹਿਣ ਦੀ ਨਹੀਂ। ਜੀ ਇੱਕ ਬੰਦੇ ਨੂੰ ਆ ਸਕੇਗੀ ਤਾਂ ਤੁਸੀਂ ਆਪ ਹਿਸਾਬ ਲਾ ਸਕਦੇ ਹੋਗੇ। ਜੀ ਤੇ ਡਾਕਟਰ ਸਾਹਿਬ ਕੀ ਜੇ ਇਹਨੂੰ ਕਹਾਂ? ਗੱਲ ਸੁਣੋ ਸਰ, ਜੇ ਇਹਨੂੰ ਕੋਈ ਪ੍ਰੋਬਲਮ ਸੀਗੀ, ਕਿ ਇਹਨੇ ਲਿਖਤੀ ਰੂਪ ਵਿੱਚ ਜਾਂ ਸਾਡੇ ਡਾਕਟਰ ਸਾਹਿਬ ਨੂੰ ਦੱਸਿਆਗਾ, ਉੱਥੇ ਕੋਈ ਐਸਓ ਬੈਠੇ ਉਹਨੂੰ ਦੱਸਿਆ, ਕੋਈ ਪ੍ਰਸ਼ਾਸਨ ਹੈ ਸਿਵਲ ਸਰਜਨ ਨੂੰ ਦੱਸਿਆ ਉਹਨਾਂ ਨੇ? ਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਤੁਹਾਡੇ ਤੱਕ ਪਹੁੰਚ ਕੀਤੀ ਹੋਏਗੀ ਜਾਂ ਨਹੀਂ ਕੀਤੀ ਜੀ ਕਿ ਮੈਨੂੰ ਸਾਡੇ ਕਿਸੇ ਲੜਕੇ ਨਹੀਂ, ਨਾਲ? ਬਿਲਕੁਲ ਕੋਈ ਪਹੁੰਚ ਨਹੀਂ ਕੀਤੀ ਮੈਨੂੰ ਜੀ। ਇਵਨ ਕਿ ਇਹਦੀ ਸਿਸਟਰ ਸਕੀ ਸਿਸਟਰ ਹੈਗੀ, ਉਹ ਹਸਪਤਾਲ ਚ ਚੈਸਟ ਐਂਡ ਟੀਵੀ ਸਪੈਸ਼ਲਿਸਟ ਨੇ। ਏਸੀ ਸੰਗਰੂਰ ਹਸਪੀਟਲ ਚ ਜੀ? ਹਾਂਜੀ ਸੰਗਰੂਰ ਦੇ ਵਿੱਚ, ਉਹਨਾਂ ਵੱਲੋਂ ਸਾਡੇ ਨੂੰ ਕੋਈ ਸੂਚਨਾ ਨਹੀਂ ਓਕੇ ਜੀ, ਕੋਈ ਕੰਪਲੇਂਟ ਨਹੀਂ ਜੀ। ਤੇ ਵਾਕਈ ਉੱਥੇ ਸਾਫ ਸਫਾਈ ਸਾਰਾ ਕੁਝ ਸਹੀ ਹੈ ਜੀ? ਸਰ ਬਿਲਕੁਲ ਉੱਥੇ ਕੈਮਰੇ ਲੱਗੇ ਹੋਏ ਨੇਗੇ, ਜੀ ਕੈਮਰੇ ਖੰਗਾ ਕੇ ਦੇਖ ਸਕਦੇ ਹੋ ਤੁਸੀਂ। ਜੀ ਪੂਰਾ ਪੀਣ ਦਾ ਪ੍ਰਬੰਧ ਹੈਗਾ, ਤੇ ਇਵਨ ਕਿ ਬਾਹਰ ਫ੍ਰਿਜ ਰੱਖਿਆ ਹੋਇਆ ਹੈਗਾ, ਜੇ ਲੋੜ ਠੰਡਾ ਪਾਣੀ ਪੀਣ ਵਾਸਤੇ ਥਰਮਸ ਉੱਥੇ ਪਈ ਹੈਗੀ, ਵਾਸ਼ਰੂਮ ਪ੍ਰੋਪਰ ਨੇ, LCD ਲੱਗੀ ਵੀ ਹੈਗੀ, ਖੇਡਣ ਵਾਸਤੇ ਕੈਰਮ ਬੋਰਡ ਹੈਗਾ, ਲੂਡੋ ਪਈ ਹੈਗੀ, ਤੇ ਸਾਡਾ ਜਿਹੜਾ ਸਾਰਾ ਸਟਾਫ ਹੈਗਾ ਪੂਰਾ ਪ੍ਰੋਪਰ ਡਰੈਸ ਦੇ ਵਿੱਚ ਉੱਥੇ ਹਾਜ਼ਰ ਹੈ ਉੱਥੇ। ਤੇ ਡਾਕਟਰ ਸਾਹਿਬ ਇਹ ਫਿਰ ਆਖਿਰਕਾਰ ਇਹ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ, ਕਿਉਂ ਸਵਾਲ ਖੜੇ ਕੀਤੇ ਜਾ ਰਹੇ ਨੇ? ਸਰ ਦੇਖੋ ਇਹ ਤਾਂ ਆਪਾਂ ਇਹ ਪਰਸਨਲ ਵੀ ਹੋ ਸਕਦੇ ਨੇਗੇ। ਸਾਡੇ ਇਹ ਤੋਂ ਪਹਿਲਾਂ 3 ਮਰੀਜ਼ ਸੀਗੇ, ਤੁਸੀਂ ਉਹਨਾਂ ਦੀ ਸੁਣੀ ਹੋਣੀ ਇੰਟਰਵਿਊ, ਜਿਹਦੇ ਮੇਰੇ ਕੋਲ 3 ਮਰੀਜ਼ ਠੀਕ ਹੋ ਗਏ ਨੇ, ਉਹ ਸਾਨੂੰ ਸਾਰੇ ਐਪਰੀਸ਼ੀਏਟ ਕਰਕੇ ਗਏ ਨੇ ਪੂਰੇ, ਜੀ ਵੀ ਸਾਨੂੰ ਸਟਾਫ ਵੱਲੋਂ, ਖਾਣ ਪੀਣ ਵੱਲੋਂ। ਮੇਰੀ ਇੰਟਰਵਿਊ ਚੱਕ ਲਓ, ਜੀ ਜੀ ਠੀਕ ਹੈ, ਡੀਸੀ ਦਫ਼ਤਰ ਸਾਹਿਬ ਦੇ ਵਿੱਚੋਂ ਇੰਟਰਵਿਊ ਕਢਾ ਲਓ, ਸਾਡੀਆਂ ਜੀ ਮਰੀਜ਼ਾਂ ਦੇ ਕਢਾ ਲਓ, ਉਹਨਾਂ ਦਾ ਆਪਣਾ ਪਰਸਨਲ ਵਿਊ ਨਾ ਪਕਸ਼ ਨੂੰ ਕਹਿ ਨਹੀਂ ਸਕਦੇ ਹੈਗੇ। ਮਤਲਬ ਤੁਹਾਨੂੰ ਕੋਈ ਫੋਨ ਨਹੀਂ ਕੀਤਾ ਡਾਕਟਰ ਸਚਿਨ ਨੇ, ਕੋਈ ਰਾਬਤਾ ਨਹੀਂ ਕੀਤਾ? ਮੇਰੇ ਕੋਲ ਤਾਂ ਹੁਣ ਤੱਕ ਫੋਨ ਨਹੀਂ ਆਇਆ ਸਰ ਕੋਈ। ਓਕੇ ਠੀਕ ਆ ਜੀ। ਹੁਣ ਮੈਂ ਦਫ਼ਤਰ ਬੈਠਾ, ਮੈਨੂੰ ਕੋਈ ਇਨਫੋਰਮੇਸ਼ਨ, ਕੋਈ ਦਫ਼ਤਰ ਨਹੀਂ, ਮੈਨੂੰ ਤਾਂ ਬਾਹਰ ਹੀ ਪਤਾ ਲੱਗ ਰਿਹਾ ਮੈਨੂੰ ਜੀ ਫਿਰ। ਜਿਹੜਾ ਪੀਣ ਦਾ ਪਾਣੀ ਦੇਖੋ, ਇਹਦੇ ਬਾਅਦ ਕੀ ਹੋ ਸਕਦਾ ਹੈਗਾ, ਗਰਮ ਪਾਣੀ ਦਾ ਇੰਤਜ਼ਾਮ ਵੱਖਰਾ ਕੀਤਾ ਹੈਗਾ। ਜੇ ਚਲੋ ਵੈਸੇ ਤਾਂ ਅਸੀਂ ਕਹਿੰਦੇ ਹਾਂ ਠੰਡਾ ਪਾਣੀ ਨਹੀਂ ਦੇਣਾ ਬੰਦੇ ਨੂੰ ਆਪਾਂ ਨੇ, ਫਿਰ ਵੀ ਚਲੋ ਕੋਈ ਬੰਦਾ ਕੋਈ ਆਉਂਦਾ ਬਾਹਰੋਂ ਆ ਕੇ ਕਰ ਗਿਆ, ਅਸੀਂ ਉੱਥੇ 20-25 ਬੋਤਲਾਂ ਫ੍ਰਿਜ ਲੈ ਕੇ ਰੱਖੀ ਵੀ ਨਹੀਂ। ਜੀ ਇੱਕ ਡਾਕਟਰ ਸਾਹਿਬ ਲਾਸਟ ਸਵਾਲ ਇਹ ਆ ਕਿ ਉਹ ਡਾਕਟਰ ਸਚਿਨ ਜਿਹੜੇ ਇੱਥੇ ਹੈਗੇ ਆ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫਰੰਟ ਲਾਈਨ ਤੇ ਕੰਮ ਕਰਦੇ, ਚਾਹੇ ਪੁਲਿਸ ਅਧਿਕਾਰੀ ਨੇ ਵੱਡੇ ਜਾਂ ਫਿਰ ਸਿਹਤ ਵਿਭਾਗ ਦੇ ਨੇ, ਉਹਨਾਂ ਨੂੰ ਵੀ ਆਪਣਾ ਜਿਹੜਾ ਹੈਗਾ ਟੈਸਟ ਕਰਵਾਉਣਾ ਚਾਹੀਦਾ। ਕੀ ਟੈਸਟ ਹੋਏ ਨੇ ਜੀ? ਇਹ ਸੈਂਪਲਿੰਗ ਹੋਈ ਹੈ ਉਹਨਾਂ ਦੀ, ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ? ਸਰ ਜਿਹੜਾ ਸਰਕਾਰ ਆ ਕਿ ਗਾਈਡਲਾਈਨ ਉਹਦੀਆਂ ਜੀ ਉਹ ਅਸੀਂ ਫੋਲੋ ਕਰ ਦਿਆਂਗੇ ਜੀ। ਜੇ ਅਸੀਂ ਜਨਰਲ ਖਾਨੇ ਟੈਸਟ ਕਰਨ ਲੱਗ ਪਈਏ A to B ਦੇਗੇ, ਉਹ ਅਸੀਂ ਸਰਕਾਰ ਦੀਆਂ ਗਾਈਡਲਾਈਨ ਮੰਨੀਏ, ਨਾ ਕਿ ਅਸੀਂ ਕਿਸੇ ਇੰਡੀਵਿਜੂਅਲ ਨੂੰ ਮੰਨਣੀ ਨਹੀਂ ਆ। ਬਿਲਕੁਲ ਜੀ। ਜੋ ਸਰਕਾਰ ਸਾਨੂੰ ਕਹਿੰਦੀ ਹੈ ਅਸੀਂ ਉਹ ਪ੍ਰੋਟੋਕਾਲ 'ਚ ਕੰਮ ਕਰ ਦਿਆਂਗੇ ਜੀ ਉਹਦੀ ਅਸੀਂ ਕੰਮ ਕਰਕੇ ਸਰਕਾਰ ਨੂੰ ਰਿਪੋਰਟ ਜਾਂਦੀ ਹੈਗੀ। ਸਰਕਾਰ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਜੀ। ਕੋਈ ਸਾਨੂੰ ਕਹਿੰਦੇ ਤੁਸੀਂ ਐਂ ਕੰਮ ਨਹੀਂ ਕੀਤਾ ਜੀ ਅੱਜ ਮੇਰੇ ਕੋਲ ਦੇਖੋ 100 ਬੰਦੇ ਅਸੀਂ ਸੈਂਪਲ ਲੈ ਚੁੱਕੇ ਹਾਂ ਜੀ। 400 ਬੰਦਾ ਮੇਰੇ ਕੋਲ ਹੋਰ ਆ ਰਿਹਾ ਝਾਰਖੰਡ ਤੋਂ ਐਗਜ਼ਾਮੀਨੇਸ਼ਨ ਕਰਾਉਣ ਵਾਸਤੇ। ਜੀ ਇੱਕ ਟੀਮ ਹੈ ਡਾਕਟਰ ਦੀ ਮਸਤੋਂ ਸਾਹਿਬ ਭੇਜੀ ਹੈਗੀ, ਜੀ ਇੱਕ ਫਤਿਹਗੜ੍ਹ ਡਾਕਟਰ ਮੇਰਾ ਫਤਿਹਗੜ੍ਹ 5 ਕਰੇਂਗੇ ਉੱਥੇ ਕੰਮ ਕਰਦੇ ਪਿਆ, ਕਿਸੇ ਨੂੰ ਕੋਈ ਕੰਪਲੇਂਟ ਨਹੀਂ। ਜੀ ਠੀਕ ਹੈ, ਤਾਂ ਪਰਸਨਲ ਵੀ ਹੋ ਸਕਦੇ ਨੇ ਇਹ ਤੁਸੀਂ ਜੀ ਸਮਝ ਸਕਦੇ ਆਪਾਂ। ਜੀ ਮੈਂ ਤਾਂ ਇੰਨੀ ਕਹਿ ਸਕਦਾ ਜੋ ਮੇਰੇ ਪ੍ਰੋਟੋਕਾਲ ਦੇ ਵਿੱਚ ਹੁੰਦਾ ਹੈ ਜੀ। ਜੀ ਧੰਨਵਾਦ ਡਾਕਟਰ ਸਾਹਿਬ, ਤੁਹਾਡੀ ਸਾਰੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਥੈਂਕ ਯੂ ਭਾਈ, ਥੈਂਕ ਯੂ ਸੋ ਨਾਈਸ। ਡਾਕਟਰ ਸਚਿਨ ਜੋ ਪॉजिटिव ने उन्होंने आरोप लगाए
ਉਹ ਗੱਲਬਾਤ ਤੁਹਾਨੂੰ ਸੁਣਵਾਈ। ਉਸ ਤੋਂ ਬਾਅਦ ਇਹਨਾਂ ਆਰੋਪਾਂ ਨੂੰ ਲੈ ਕੇ ਡਾਕਟਰ ਕਿਰਪਾਲ ਐਸਐਮਓ ਸੰਗਰੂਰ ਨਾਲ ਗੱਲਬਾਤ ਕੀਤੀ। ਦੋਹੇ ਰਿਕਾਰਡਿੰਗਾਂ ਤੁਹਾਨੂੰ ਸੁਣਾਈਆਂ ਨੇ ਅਤੇ ਐਸਐਮਓ ਦੀ ਜੇਕਰ ਗੱਲ ਕਰੀਏ ਉਹਨੇ ਬਿਲਕੁਲ ਨਕਾਰਿਆ ਇਹਨਾਂ ਸਾਰੇ ਆਰੋਪਾਂ ਤੇ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਆਰੋਪ ਝੂਠੇ ਨੇ। ਹੁਣ ਵੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਦੀ ਜਾਂਚ ਕਰਦੀ ਹੈ ਤੇ ਕੀ ਤੱਥ ਸਾਹਮਣੇ ਆਉਂਦਾ ਕਿ ਡਾਕਟਰ ਸਚਿਨ ਸਹੀ ਹੈ ਜਾਂ ਸਿਵਲ ਪ੍ਰਸ਼ਾਸਨ ਸਿਹਤ ਵਿਭਾਗ ਸਹੀ ਹੈ। ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ। ਸਾਡਾ ਮਕਸਦ ਕਿਸੇ ਨੂੰ ਕੁਝ ਗਲਤ ਜਾਣਕਾਰੀ ਨਹੀਂ ਦੇਣਾ, ਬਾਕੀ ਦੋਹਾਂ ਪੱਖਾਂ ਦੀ ਹੋਈ ਜਾਣਕਾਰੀ ਰਿਕਾਰਡਿੰਗ ਤੁਹਾਨੂੰ ਸੁਣਵਾਉਣਾ। ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਵਾਕਈ ਜੋ ਸਚਿਨ ਡਾਕਟਰ ਬੋਲ ਰਿਹਾ ਹੈ ਸੱਚ ਹੈ ਜਾਂ ਨਹੀਂ। ਇਹ ਜਾਂਚ ਦਾ ਵਿਸ਼ਾ ਜੋ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਮਲੇਰਕੋਟਲਾ ਤੋਂ ਕੈਮਰਾਮੈਨ ਸਹਿਬਾਜ਼ ਜੱਗੀ ਨਾਲ ਸੁੱਖਾ ਖੇੜੀਵਾਲਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।